सत श्री अकाल जी, मैं अनुराग शर्मा डेली पोस्ट पंजाबी देख रहे दर्शकों का स्वागत है। दोस्तों, अज की जी स्टोरी असीं तुहानूं दिखाउण लगे हैं उस दे विच कई समस्यावां का हल हो रहा है। एक इन्वेंशन दे नाल, एक कार्ड दे नाल जो नौजवान वालों की गई है उस दे विच कई समस्यावां का हल किया जा रहा है। सो समस्यावां दसदा, जिस तरह के वड्डे वड्डे डेयरी फार्मिंग, जिस तरह के वड्डे वड्डे जिहड़े लोगों ने गऊशाला बनाए हुए हैं, या फिर जिस तरह के लोगों के घरों के वध डंगर ने, जिहदे कोल 5-10 डंगर हैं, उन्होंने सब तो वड्डी समस्या आती है गोहा सिੱਟਣ ਦੀ। जी बिल्कुल, गोबर सिੱਟਣ ਦੀ समस्या आती है। सो ਅਸੀਂ ਅੱਜ ਤੁਹਾਨੂੰ ਇੱਕ ਅਜਿਹੀ ਸਟੋਰੀ ਦਿਖਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਤੁਹਾਡੀ ਇੱਕ ਤਾਂ ਉਹ ਸਮੱਸਿਆ ਖਤਮ ਹੋ ਜਾਊਗੀ, ਦੂਸਰਾ ਤੁਸੀਂ ਇਸੇ ਗੋਬਰ ਦੇ ਨਾਲ ਲੱਖਾਂ ਰੁਪਇਆ ਮਹੀਨਾ ਕਮਾ ਸਕਦੇ ਹੋ। ਬਿਲਕੁਲ ਦਰੁਸਤ ਕਿਹਾ ਜੀ, ਲੱਖਾਂ ਰੁਪਇਆ ਮਹੀਨਾ ਸਿਰਫ ਉਸ ਗੋਬਰ ਤੋਂ ਕਮਾ ਸਕਦੇ ਹੋ ਜਿਸ ਗੋਬਰ ਨੂੰ ਸਿੱਟਣ ਲਈ ਤੁਸੀਂ ਪਰੇਸ਼ਾਨ ਹੋ ਕਿ ਇਸ ਦਾ ਕੀ ਕੀਤਾ ਜਾਵੇ ਜਾਂ ਇਸ ਨੂੰ ਕਿੱਥੇ ਸਿੱਟਿਆ ਜਾਵੇ। ਸੋ ਇਸ ਸਟੋਰੀ ਦੇ ਲਈ ਸਭ ਤੋਂ ਪਹਿਲਾਂ ਅਸੀਂ ਪਹੁੰਚ ਚੁੱਕੇ ਹਾਂ ਪਟਿਆਲਾ ਦੇ ਵਿੱਚ, ਪਟਿਆਲਾ ਦੇ ਫੋਕਲ ਪੁਆਇੰਟ ਜਿੱਥੇ ਕਿ ਸਨੀ ਇੰਜੀਨੀਅਰਿੰਗ ਵਰਕਸ਼ਾਪ ਦੇ ਵਿੱਚ। ਸੋ ਗੱਲਬਾਤ ਕਰਾਵਾਂਗੇ, ਤੁਹਾਨੂੰ ਦਿਖਾਵਾਂਗੇ ਅਜਿਹੀ ਮਸ਼ੀਨ ਜੋ ਕਿ ਗੋਬਰ ਤੋਂ ਕਾਰੋਬਾਰ ਕਰਨ ਦਾ ਜ਼ਰੀਆ ਬਣ ਰਹੀ ਹੈ ਔਰ ਇਸ ਦੀ ਇਨਵੈਂਸ਼ਨ ਕੀਤੀ ਗਈ ਹੈ ਪਟਿਆਲਾ ਦੇ ਫੋਕਲ ਪੁਆਇੰਟ ਸਨੀ ਵੱਲੋਂ, ਜਿਨ੍ਹਾਂ ਦੇ ਨਾਮ ਦੇ ਉੱਤੇ ਇਹ ਫੈਕਟਰੀ ਹੈ। ਸੋ ਗੱਲਬਾਤ ਕਰਾਂਗੇ ਸਨੀ ਨਾਲ ਤੇ ਜਾਣਾਂਗੇ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਇਹ ਆਈਡੀਆ ਆਇਆ ਤੇ ਕਿਸ ਤਰ੍ਹਾਂ ਇਸ ਤਰ੍ਹਾਂ ਦੀ ਮਸ਼ੀਨ ਤਿਆਰ ਹੋ ਗਈ ਜੋ ਗੋਹੇ ਕੂੜੇ ਤੋਂ ਇੱਕ ਤਰ੍ਹਾਂ ਦਾ ਪੈਸਾ ਬਣਾਉਣ ਦਾ ਜ਼ਰੀਆ ਬਣ ਗਈ। सो मैं इस वक्त हैगा सनी इंजीनियर वर्कशॉप के जिथे कि वो नौजवान है जिसने कि कई बेरोजगारों लिए एक तो काम का हल कर दिता है, उत्थे ही पर्यावरण को बचाने की कोशिश की जा रही है क्योंकि लक्कड़ की खोज दे विच हज़ारां लखां दरख्त जिहड़े हर रोज़ कट्टे जाते हैं उन्हां दा भी किते ना किते बचाव हो जाऊगा और उस दे नाल ही रोज़गार जिहड़ा है बड़े लोगों को रोज़गार भी मिल सकता है। सो मेरे नाल इस वक्त मौजूद ने सनी जी जो कि इंजीनियरिंग पास ने और इन्हां वल्लों इन्वेंशन की गई है एक अजिही मशीन की जिस दे नाल तुसीं गोबर तो लक्कड़ बना सकते हो तो अपना कारोबार भी कर सकते हो तो पर्यावरण भी बचा सकते हो। सनी जी बहुत बहुत स्वागत है तुहाडा। थैंक यू जी। हाँ जी सर। सब तो पहला कि किस तरह दिमाग दे विच आया कि गोबर वर्गी वेस्ट चीज़ है जिहड़ी जिहड़े तो लोग कहते कि यार इहनूं सिੱਟਣ ਲਈ मुसीबत हुई पई है, ਉਹ ਤੋਂ ਇੱਕ ਇਹੋ ਜਿਹੀ ਚੀਜ਼ ਤਿਆਰ ਕੀਤੀ ਜਾਵੇ ਜਿਹੜੀ ਲੋਕਾਂ ਨੂੰ ਰੋਜ਼ਗਾਰ ਵੀ ਦੇਊਗੀ ਔਰ ਸਮੱਸਿਆ ਵੀ ਹੱਲ ਕਰੂਗੀ। ਗੋਬਰ ਸਰ ਬੇਸਿਕਲੀ ਆਪਣੇ ਇੱਕ ਬਾਇਓ ਪ੍ਰੋਡਕਟ ਹੈ, ਇਹਦੇ ਨਾਲ ਬਹੁਤ ਚੀਜ਼ਾਂ ਬਣ ਰਹੀਆਂ ਨੇ ਅੱਜ ਕੱਲ੍ਹ ਦੇ ਟਾਈਮ 'ਚ, ਤੇ ਗੋਬਰ ਦੀ ਵੇਸਟੇਜ ਲੋਕਾਂ ਵੱਲ ਬਹੁਤ ਹੋ ਰਹੀ ਹੈ। ਡਾਇਰੀ ਫਾਰਮਸ 'ਚ ਇੰਨਾ ਗੋਬਰ ਹੋ ਜਾਂਦਾ ਹੈ ਕਿ ਉਹਨੂੰ ਸੁੱਟਣ ਲਈ ਉਹਨਾਂ ਕੋਲ ਮਤਲਬ ਟਰਾਲੀਆਂ ਚੁਕਾਉਣੀ ਪੈਂਦੀਆਂ, ਉਹਨਾਂ ਨੂੰ ਪੈਸੇ ਦੇਣੇ ਪੈਂਦੇ ਨੇ, ਤੇ ਇਸ ਕਰਕੇ ਆਪਣੇ ਗਟਰ ਵੀ ਚੌਕ ਹੋ ਰਹੇ ਨੇ। ਉਸ ਕਰਕੇ ਆਪਣੀ ਸਰਕਾਰਾਂ ਵੀ ਬਹੁਤ ਤੰਗ ਹੈ ਕਿ ਬਈ ਇਸ ਗੋਬਰ ਦਾ ਕੀ ਕੀਤਾ ਜਾਵੇ। ਇੱਕ ਦਿਨ ਅਸੀਂ ਦੇਖ ਰਹੇ ਸੀਗੇ ਕਿ ਬਈ ਗੋਬਰ ਦੀ ਸਮੱਸਿਆ ਲੋਕਾਂ ਲਈ ਬਹੁਤ ਜ਼ਿਆਦਾ ਹੋ ਰੱਖੀ ਹੈ। ਅਸੀਂ ਇੱਕ ਗਊਸ਼ਾਲਾ 'ਚ ਟੋਕਾ ਮਸ਼ੀਨਸ ਬਣਾਉਂਦੇ ਆ, ਉਹਦੀ ਡਿਲੀਵਰੀ ਕਰਨ ਗਏ ਸੀਗੇ। ਉੱਥੇ ਸਾਨੂੰ ਇੱਕ ਆਈਡੀਆ ਆਇਆ ਕਿ ਬਈ ਗੋਬਰ, ਮੈਂ ਦੇਖਿਆ ਇੰਨਾ ਗੋਬਰ ਉੱਥੇ ਵੇਸਟੇਜ ਹੋ ਰੱਖੀ ਹੈ ਤੇ ਅਸੀਂ ਉਸ ਚੀਜ਼ ਦਾ ਕੀ ਹੱਲ ਕਰ ਸਕਦੇ ਹਾਂ। ਉੱਥੇ ਸੇਵੇਂ ਵੱਟਣ ਵਾਲੀ ਮਸ਼ੀਨ ਹੁੰਦੀ ਹੈ ਨਾ, ਉਹਦਾ ਇੱਕ ਬੰਦਾ ਡਿਲੀਵਰੀ ਦੇਣ ਲਈ ਆਇਆ ਹੋਇਆ ਸੀਗਾ। ਮੈਂ ਉਹਦਾ ਉਸ ਮਸ਼ੀਨ ਦਾ ਪੂਰਾ ਸਿਸਟਮ ਦੇਖਿਆ ਕਿ ਉਹ ਮਟੀਰੀਅਲ ਕਿਵੇਂ ਚੱਕ ਰਹੀ ਹੈ ਤੇ ਉਸ ਨੂੰ ਕਿਵੇਂ ਕੰਪਰੈਸ ਕਰਕੇ ਬਾਹਰ ਕੱਢ ਰਹੀ ਹੈ। ਅਸੀਂ ਉਸਦੀ ਦਾ ਵੱਡਾ ਰੂਪ ਬਣਾਇਆ ਇਹ। ਉਸ ਕਰਕੇ ਅਸੀਂ ਇਹਦੇ ਟਰਾਇਲਸ ਕੀਤੇ, ਬਹੁਤ ਵਧੀਆ ਇਹਦੇ ਸਾਈਜ਼ਸ ਵਗੈਰਾ ਬਣਾਏ ਤੇ ਸਾਡਾ ਸਕਸੈਸਫੁਲ ਚੱਲ ਰਹੀ ਹੈ ਮਸ਼ੀਨ। ਤੇ ਗੋਬਰ ਤੋਂ ਲੱਕੜ ਬਣਾਉਣ ਦਾ ਸਾਨੂੰ ਇਹ ਫਾਇਦਾ ਹੈ ਕਿ ਇਹ ਬੋਡੀ ਕ੍ਰੀਮੇਸ਼ਨ ਵਾਸਤੇ ਬਹੁਤ ਵਧੀਆ ਸਾਬਿਤ ਹੋਈ ਹੈ। ਕਿ ਇੱਕ ਬੋਡੀ ਨੂੰ ਜਲਾਉਣ ਵਾਸਤੇ 2-15 ਸਾਲ ਦੇ ਪੇੜ ਆਪਣੇ ਕੱਟੇ ਜਾਂਦੇ ਨੇ, ਜਿਸ ਕਰਕੇ ਆਪਣੇ ਡੀਫੋਰੈਸਟੇਸ਼ਨ ਕਾਫੀ ਹੁੰਦੀ ਹੈ ਔਰ ਪੇੜਾਂ ਦੀ ਕਟਾਈ ਵੀ ਕਾਫੀ ਹੁੰਦੀ ਹੈ। ਉਹ ਪੇੜ, ਮੈਂ ਸੋਚਿਆ ਕਿ ਉਹ ਪੇੜਾਂ ਨੂੰ ਬਚਾਉਣ ਦੇ ਚੱਕਰ 'ਚ ਮੈਂ ਇਸ ਗੋਬਰ ਦੀ ਇੱਕ ਬਾਲਾ ਟਾਈਪ ਸ਼ੇਪ ਬਣਾਈ ਹੈ। ਇਹਦੇ ਵਿੱਚ 1 ਇੰਚ ਦਾ ਹੋਲ ਵੀ ਹੈ ਜਿਹੜਾ ਉਹਨੂੰ ਬਰਨਿੰਗ 'ਚ ਪ੍ਰੋਪਰ ਹੈਲਪ ਕਰੂਗਾ। ਤੇ ਉਹ ਆਈਡੀਆ ਦੇ ਨਾਲ ਅਸੀਂ ਇਸ ਮਸ਼ੀਨ ਨੂੰ ਨਾਲ ਚੱਲ ਰਹੇ ਹਾਂ ਕਿ ਸਾਡਾ ਕੰਮ ਵਧੀਆ ਚੱਲੇ। ਸੋ ਤੁਸੀਂ ਦੇਖਿਆ ਕਿ ਇਸ ਮਸ਼ੀਨ ਦੇ ਵਿੱਚ ਇੱਕ ਹੋਲ ਦਾ ਜਿਹੜਾ ਹੈ ਪ੍ਰਾਵਧਾਨ ਰੱਖਿਆ ਗਿਆ ਔਰ ਉਸ ਦੇ ਵਿੱਚ ਤਾਂ ਰੱਖਿਆ ਗਿਆ ਤਾਂ ਜੋ ਸਹੀ ਤਰੀਕੇ ਨਾਲ ਜਲ ਸਕੇ। ਔਰ ਇੱਥੇ ਹੀ ਸਨੀ ਜੀ ਦੱਸਦੇ ਆ ਕਿ ਜੇਕਰ ਇੱਕ ਵਿਅਕਤੀ ਨੂੰ ਜੋ ਕਿ ਹਿੰਦੂ ਧਰਮ ਦੇ ਵਿੱਚ ਜਲਾਇਆ ਜਾਂਦਾ, ਉਸ ਦਾ ਸੰਸਕਾਰ ਕੀਤਾ ਜਾਂਦਾ, ਉਸ ਨੂੰ ਜਦੋਂ ਜਲਾਇਆ ਜਾਂਦਾ ਤੇ ਉਸ ਦੇ ਵਿੱਚ 15 ਸਾਲ ਦੇ 2 ਦਰਖਤ ਜਿਹੜੇ ਹੈ ਉਹ ਲੱਗ ਜਾਂਦੇ, ਮਤਲਬ ਇੰਨੀ ਲੱਕੜ ਲਗਾਉਂਦੇ ਆ। ਫਿਰ ਗੋਹੇ ਨੂੰ ਪਵਿੱਤਰ ਵੀ ਮੰਨਿਆ ਜਾਂਦਾ, ਹਰ ਪਾਸੇ ਗੋਹੇ ਨੂੰ ਜਿਹੜਾ ਹੈ ਅੱਛੇ ਤਰੀਕੇ ਨਾਲ ਹੀ ਦੇਖਿਆ ਜਾਂਦਾ। ਸੋ ਉਹ ਵੀ ਇੱਕ ਤਰ੍ਹਾਂ ਦਾ ਰੀਤੀ ਰਿਵਾਜ ਦੇ ਨਾਲ ਵੀ ਅਟੈਚ ਹੁੰਦਾ। ਸੋ ਉੱਥੇ ਵੀ ਕਿਤੇ ਨਾ ਕਿਤੇ ਉਸ ਚੀਜ਼ ਦਾ ਫਾਇਦਾ ਹੁੰਦਾ। ਤੇ ਗੱਲ ਕਰੀਏ ਰੋਜ਼ਗਾਰ ਦੀ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਰੋਜ਼ਗਾਰ ਦੀ ਬਹੁਤ ਵੱਡੀ ਘਾਟ ਹੈ। ਸੋ ਇਹ ਮਸ਼ੀਨ ਜਿਹੜੀ ਤੁਹਾਡੇ ਵੱਲੋਂ ਇਜਾਦ ਕੀਤੀ ਗਈ ਹੈ, ਇਹ ਰੋਜ਼ਗਾਰ 'ਚ ਕਿਵੇਂ ਫਾਇਦੇਮੰਦ ਹੋਊਗੀ? ਰੋਜ਼ਗਾਰ 'ਚ ਐਵੇਂ ਫਾਇਦੇਮੰਦ ਹੈ ਕਿ ਸਰ ਗੋਬਰ ਤਾਂ ਇੱਕ ਵੇਸਟ ਮਟੀਰੀਅਲ ਹੈ, ਆਪਾਂ ਨੂੰ ਇਹਦੀ ਕੋਈ ਘਾਟ ਨਹੀਂ ਹੈ। ਆਪਣੇ ਪੰਜਾਬ, ਹਰਿਆਣਾ, ਹਿਮਾਚਲ 'ਚ ਬਹੁਤ ਗੋਬਰ ਹੈ, ਗਊਸ਼ਾਲਾ ਵੀ ਜਗ੍ਹਾ ਜਗ੍ਹਾ ਹੈ, ਗੋਬਰ ਦੀ ਕੋਈ ਘਾਟ ਨਹੀਂ ਹੈ। ਅਸੀਂ ਇਹਦੇ ਵਿੱਚ ਕੋਈ ਮਿਕਸਿੰਗ ਨਹੀਂ ਕਰਦੇ।
ਜਿਹੜਾ ਇੱਕ ਨਾਰਮਲ ਗਊਸ਼ਾਲਾ ਜਿਵੇਂ ਬੋਡੀ ਕ੍ਰੀਮੇਸ਼ਨ ਵਾਸਤੇ ਉਹਨੂੰ ਸਪਲਾਈ ਕਰਨੀ ਹੈ, ਇਕੱਲਾ ਗੋਬਰ ਪਾਉਂਦਾ 4-5 ਦਿਨ ਪੁਰਾਣਾ ਹਲਕੀ ਨਮੀ ਵਾਲਾ ਗੋਬਰ ਪਾਏਗਾ, ਲੱਕੜੀ ਬਣ ਕੇ ਬਾਹਰ ਆ ਜਾਏਗੀ, ਧੁੱਪ 'ਚ ਸੁਕਾ ਦੇਗਾ, ਉਹ ਹਾਰਡ ਹੋ ਜਾਏਗੀ ਤੇ ਉਹ ਈਜ਼ੀ ਟੂ ਬਰਨ ਹੈ। ਉਸ ਤੋਂ ਬਾਅਦ ਉਹਨੂੰ ਆਪਾਂ ਜਲਾਉਣ ਲਈ ਵੇਚ ਸਕਦੇ ਹਾਂ। ਨਾਰਮਲ ਬੰਦੇ ਦੀ ਗੱਲ ਕਰਦਾ, ਹਰ ਇੱਕ ਬੰਦੇ ਕੋਲ ਮਤਲਬ ਜੇ ਆਪਾਂ ਇੱਕ ਆਮ ਬੰਦਾ ਇਹਨੂੰ ਉਸ ਮਸ਼ੀਨ ਨੂੰ ਲਾਉਂਦਾ, ਉਹਨੂੰ 1 ਰੁਪਏ ਹਿਸਾਬ ਨਾਲ ਗੋਬਰ ਮਿਲ ਜਾਂਦਾ ਤੇ ਆਪਣਾ 1.5 ਰੁਪਏ ਕਾਸਟਿੰਗ ਆਉਂਦੀ ਹੈ ਲੇਬਰ ਤੇ ਬਿਜਲੀ ਦੀ, 2.5 ਰੁਪਏ ਕਿਲੋ ਕਾਸਟਿੰਗ ਪੈਂਦੀ ਹੈ, 5 ਰੁਪਏ ਕਿਲੋ ਵਿਕ ਜਾਂਦੀ ਹੈ। ਮਤਲਬ ਆਸਾਨੀ ਨਾਲ 5 ਰੁਪਏ ਕਿਲੋ ਵਿਕ ਸਕਦੀ ਹੈ 2.5 ਰੁਪਏ ਕਿਲੋ 'ਚ ਤਿਆਰ ਹੋਈ ਚੀਜ਼। ਇਹਨੂੰ ਲਗਾਉਣ ਦਾ ਕੀ ਖਰਚਾ ਹੈ, ਕਿੰਨੀ ਮੈਨ ਪਾਵਰ ਚਾਹੀਦੀ ਹੈ, ਕਿੰਨੀ ਬਿਜਲੀ ਚਾਹੀਦੀ ਹੈ, ਇਹ ਵੀ ਦੱਸੋ। ਇਹਨੂੰ 2 ਤੋਂ 3 ਆਦਮੀ ਚਾਹੀਦੇ ਆ ਜਿਹੜੇ ਕਿ ਇਹਨੂੰ ਪੂਰਾ ਆਪਰੇਸ਼ਨ ਕਰਨਗੇ। ਇੱਕ ਬੰਦਾ ਗੋਬਰ ਪਾਏਗਾ, 2 ਬੰਦੇ ਆਪਣੇ ਖੜਨਗੇ ਜਿਹੜੀ ਪ੍ਰੋਡਕਸ਼ਨ ਨੂੰ ਕੰਟਰੋਲ ਕਰਨਗੇ। ਦੂਸਰੀ ਗੱਲ ਇਹ ਹੈ ਕਿ ਇਹਨੂੰ ਚਲਾਉਣ ਵਾਸਤੇ ਬਾਕੀ ਬਿਜਲੀ ਦਾ ਜੋ ਚਾਰਜ ਹੈ 1 ਘੰਟੇ 1.5 ਯੂਨਿਟ ਲੈਂਦੀ ਹੈ। 5 HP 3 ਫੇਸ ਮੋਟਰ ਲੱਗੀ ਹੈ, ਘੰਟੇ 'ਚ 2 ਕੁਇੰਟਲ ਮਾਲ ਆਪਣਾ ਤਿਆਰ ਕਰ ਦਿੰਦੀ ਹੈ। ਮਤਲਬ 1 ਘੰਟੇ ਦੇ ਵਿੱਚ 2 ਕੁਇੰਟਲ ਮਾਲ 3 ਵਿਅਕਤੀ ਰਲ ਕੇ ਲਗਾ ਸਕਦੇ ਆ। ਸੋ ਗੱਲ ਕੀਤੀ ਜਾਵੇ ਕਿ ਸਨੀ ਜੀ ਨੇ ਕਿਸ ਤਰ੍ਹਾਂ ਇਨਵੈਂਸ਼ਨ ਕਰ ਲਈ, ਇੰਜੀਨੀਅਰਿੰਗ ਕੀਤੀ ਹੋਈ ਹੈ, ਪਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਪਿਤਾ ਜੀ ਵੀ ਇਸ ਤਰ੍ਹਾਂ ਦੀਆਂ ਕਾਢਾਂ ਕਰਦੇ ਰਹੇ, ਇਹਨਾਂ ਦੇ ਦਾਦਾ ਜੀ ਵੀ ਇਸੇ ਲਾਈਨ ਦੇ ਵਿੱਚ ਸੀ, ਉਹਨਾਂ ਨੇ ਵੀ ਕਿਸਮ ਦੀਆਂ ਜਿਹੜੀਆਂ ਕਾਢਾਂ ਕੀਤੀਆਂ। ਵੈਸੇ ਤਾਂ ਕਿਹਾ ਜਾਂਦਾ ਕਿ ਜ਼ਰੂਰਤ ਦੀ ਜਿਹੜੀ ਹੈ ਕਾਢ ਜਿਹੜੀ ਹੈ ਜ਼ਰੂਰਤ ਦੀ ਮਾਂ ਹੁੰਦੀ ਹੈ, ਪਰ ਇਹਨਾਂ ਨੇ ਇਹਨਾਂ ਦੇ ਖੂਨ ਦੇ ਵਿੱਚ ਹੀ ਇਸ ਤਰ੍ਹਾਂ ਦਾ ਜਿਹੜਾ ਹੈ ਸੀ ਸਿਸਟਮ ਸੀਗਾ ਕਿ ਇਹਨਾਂ ਨੇ ਵੀ ਕੁਛ ਨਾ ਕੁਛ ਨਵਾਂ ਸੋਚਿਆ। ਪਰ ਸਨੀ ਜੀ ਮੈਨੂੰ ਪਤਾ ਲੱਗਿਆ ਤੁਹਾਡੇ ਫਾਦਰ ਸਾਹਿਬ ਨਾਲ ਗੱਲ ਕਰ ਰਿਹਾ ਸੀ, ਇੱਕ ਵਾਰ ਤੁਹਾਡਾ ਵੀ ਵਿਚਾਰ ਜਿਹੜਾ ਹੈ ਪੰਜਾਬ ਦੇ ਹਰੇਕ ਨੌਜਵਾਨ ਵਾਂਗੂ 12ਵੀਂ ਤੋਂ ਬਾਅਦ ਇੰਜੀਨੀਅਰਿੰਗ ਤੋਂ ਬਾਅਦ ਬਾਹਰ ਜਾਣ ਦਾ ਬਣ ਗਿਆ ਸੀ, ਕਿਉਂਕਿ ਸਾਡਾ ਨੌਜਵਾਨ ਅੱਜ ਇੱਥੇ ਬੇਰੁਜ਼ਗਾਰ ਆ, ਉਹ ਬਾਹਰ ਵੱਲ ਨੂੰ ਭੱਜਦਾ। ਸੋ ਤੁਸੀਂ ਫਿਰ ਕਿਵੇਂ ਚੇਂਜ ਹੋ ਗਏ ਇੱਧਰਲੇ ਪਾਸੇ? ਸਰ ਮੈਂ ਆਫਟਰ ਇੰਜੀਨੀਅਰਿੰਗ ਕਰਕੇ ਜਦੋਂ ਮੈਂ CU ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਕੀਤੀ ਹੈ ਤੇ ਮੈਂ ਆਫਟਰ ਇੰਜੀਨੀਅਰਿੰਗ ਤੁਹਾਨੂੰ ਪਤਾ ਆਪਣੇ ਸਾਰੇ ਜਿਹੜੇ ਦੋਸਤ ਯਾਰ ਨੇ ਸਾਰੇ ਆਪਣੇ ਬਾਹਰ ਜਾਣ ਨੂੰ ਫਿਰਦੇ ਨੇ ਤੇ ਇੱਕ ਟਾਈਪ ਨਾਲ ਮੇਰਾ ਵੀ ਮਾਈਂਡ ਬਣਿਆ ਸੀਗਾ ਕਿ ਮੈਂ ਵੀ ਬਾਹਰ ਜਾਵਾਂ ਤੇ ਮੈਂ ਵੀ ਕੁਝ ਕਰਾਂ। ਤੇ ਸਰ ਜਦੋਂ ਮੈਨੂੰ ਇਹ ਆਈਡੀਆ ਆਇਆ ਉਦੋਂ ਤਾਂ ਮੈਂ ਸੋਚਦਾ ਸੀਗਾ ਕਿ ਮੈਂ ਚਲੋ ਇੱਕ ਟਰਾਇਲ ਕਰ ਲੈਂਦਾ, ਇੱਕ ਮੈਂ ਮਤਲਬ ਕੁਝ ਨਵਾਂ ਕਰਨਾ ਚਾਹੁੰਦਾ ਸੀਗਾ ਜੋ ਕਿ ਕੋਈ ਨਹੀਂ ਕਰਦਾ ਤੇ ਮੈਂ ਇੱਕ ਐਸੀ ਚੀਜ਼ ਦੇਖਣਾ ਚਾਹੁੰਦਾ ਕਿ ਜੋ ਵੇਸਟ ਮਟੀਰੀਅਲ ਤੋਂ ਬਣੇ, ਉਸ ਤੋਂ ਬੈਟਰ ਆਪਸ਼ਨ ਤਾਂ ਆਪਣੀ ਕੋਈ ਹੈ ਹੀ ਨਹੀਂ। ਤੇ ਉਸ ਤੋਂ ਬਾਅਦ ਮੈਂ ਇੰਜੀਨੀਅਰਿੰਗ ਕੰਪਲੀਟ ਕਰਨ ਤੋਂ ਬਾਅਦ ਮੈਂ ਆਪਣੇ ਫਾਦਰ ਸਾਹਿਬ ਨਾਲ ਡਿਸਕਸ ਕੀਤੀ ਵੀ ਪਾਪਾ ਆਪਾਂ ਇਹ ਚੀਜ਼ ਬਣਾਉਣੀ ਚਾਹੁੰਦੇ ਹਾਂ, ਤੇ ਇਹਨਾਂ ਨੇ ਵੀ ਥੋੜ੍ਹਾ ਇੰਟਰਸਟ ਲਿਆ। ਤੇ ਉਸ ਤੋਂ ਬਾਅਦ ਮੈਂ ਆਪਣਾ ਟਰਾਇਲ ਕੀਤੇ, ਸਾਰਾ ਕੁਝ ਕੀਤਾ। ਮੇਰੀ ਇਹ ਮਸ਼ੀਨ ਸਭ ਤੋਂ ਪਹਿਲਾਂ ਮੈਂ ਭੇਜੀ ਸੀ ਜੈਪੁਰ ਰਾਜਸਥਾਨ 'ਚ। ਜੈਪੁਰ ਰਾਜਸਥਾਨ 'ਚ ਮੇਰੀ ਵੀਡੀਓਜ਼ ਬਣੀ, ਕਾਫੀ ਲੋਕਾਂ ਨੂੰ ਬਹੁਤ ਪਸੰਦ ਵੀ ਆਈ, ਕਾਫੀ ਉਹਨਾਂ ਨੇ ਮੈਨੂੰ ਰਿਵਿਊਜ਼ ਵੀ ਦਿੱਤੇ ਵੀ ਫਿਰ ਉਹਨਾਂ ਨੇ ਸਾਨੂੰ ਕਿਹਾ ਕਿ ਸਾਨੂੰ ਛੋਟੀ ਮਸ਼ੀਨ ਬਣਾਓ। ਫਿਰ ਅਸੀਂ ਇਹ ਸਭ ਤੋਂ ਕੰਪੈਕਟ ਮਸ਼ੀਨ ਬਣਾਈ ਹੈ, ਸਭ ਤੋਂ ਕੰਪੈਕਟ ਮਸ਼ੀਨ, ਸਭ ਤੋਂ ਵਧੀਆ ਮਸ਼ੀਨ ਆਪਣੀ ਹੈ ਇਹ ਇਸ ਟਾਈਮ ਜਿਹੜੀ ਮਾਰਕੀਟ ਚੱਲ ਰਹੀ ਹੈ। ਅੱਜ ਕੱਲ੍ਹ ਮੇਰਾ ਛੱਤੀਸਗੜ੍ਹ ਦਾ ਟੈਂਡਰ ਵੀ ਚੱਲ ਰਿਹਾ ਤੇ ਮੈਂ ਛੱਤੀਸਗੜ੍ਹ 'ਚ ਸਪਲਾਈ ਕਰ ਰਿਹਾ ਗਵਰਨਮੈਂਟ ਨੂੰ ਇਹ ਮਸ਼ੀਨਸ, ਕਿਉਂਕਿ ਉੱਥੇ ਦੀ ਗਵਰਨਮੈਂਟ ਉਹਨਾਂ ਨੂੰ ਗਵਰਨਮੈਂਟ ਖੁਦ ਗੋਬਰ ਖਰੀਦ ਰਹੀ ਹੈ 2 ਰੁਪਏ ਕਿਲੋ ਉਹਨਾਂ ਤੋਂ। ਅੱਗੇ ਉਹਨਾਂ ਨੂੰ ਲੋਕਾਂ ਨੂੰ ਉਹ ਬਣਾ ਕੇ ਕੁਝ ਇਹੋ ਜਿਹੇ ਮੌਕੇ ਦੇ ਰਹੇ ਨੇ, ਸੁਨਹਿਰੀ ਮੌਕੇ, ਕਿ ਉਹ ਅੱਗੇ ਆਪਣੀਆਂ ਮਸ਼ੀਨਾਂ ਲੈ ਕੇ ਆਪਣਾ ਕੰਮ ਕਰ ਰਹੇ ਨੇ। ਸੋ ਇਹ ਵੀ ਵਧੀਆ ਗੱਲ ਹੈ, ਚਾਹੇ ਦੂਜੇ ਸਟੇਟ ਦੀਆਂ ਸਰਕਾਰਾਂ ਨੇ ਇਸ ਵੱਲ ਧਿਆਨ ਦਿੱਤਾ ਤੇ ਸਾਡੀ ਸਰਕਾਰ ਨੂੰ ਵੀ ਚਾਹੀਦਾ ਇੱਧਰਲੇ ਪਾਸੇ ਧਿਆਨ ਦੇਣ, ਤਾਂ ਜੋ ਇੱਕ ਤਾਂ ਰੋਜ਼ਗਾਰ ਮਿਲ ਸਕੇ, ਦੂਸਰਾ ਜਿਹੜੀ ਵੇਸਟ ਹੈ ਗੋਬਰ ਦੀ ਸਮੱਸਿਆ ਉਹ ਵੀ ਹੱਲ ਹੋ ਜਾਵੇ ਤੇ ਨੌਜਵਾਨਾਂ ਨੂੰ ਰੋਜ਼ਗਾਰ, ਕਿਉਂਕਿ ਅੱਜ ਬੇਰੁਜ਼ਗਾਰੀ ਦੇ ਆਲਮ 'ਚ ਸਾਡਾ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਵੱਲ ਭੱਜਦਾ। ਜੇਕਰ ਉਸ ਨੂੰ ਇੱਥੇ ਹੀ 50-60 ਹਜ਼ਾਰ ਲੱਖ ਰੁਪਏ ਤੱਕ ਮਹੀਨੇ ਦੀ ਇਨਕਮ ਸ਼ੁਰੂ ਹੋ ਜਾਵੇ ਤੇ ਉਹ ਬਾਹਰ ਵੱਲ ਕਿਉਂ ਝਾਂਕੂਗਾ। ਸੋ ਸਰਕਾਰ ਨੂੰ ਵੀ ਚਾਹੀਦਾ ਵੀ ਇੱਧਰਲੇ ਪਾਸੇ ਥੋੜ੍ਹਾ ਧਿਆਨ ਦਿੱਤਾ ਜਾਵੇ। ਜੇਕਰ ਗੱਲ ਕਰ ਲਈਏ ਜਿਸ ਤਰ੍ਹਾਂ ਕਿ ਤੁਸੀਂ ਦੱਸਦੇ ਹੋ ਕਿ 50,000 ਜਾਂ ਲੱਖ ਰੁਪਏ ਤੱਕ ਕੋਈ ਬੰਦਾ ਕਮਾ ਸਕਦਾ ਹੈ, ਉਹਦਾ ਕਿਸ ਤਰ੍ਹਾਂ ਇੱਕ ਫਾਰਮੂਲਾ ਦੱਸੋ ਵੀ ਕਿਸ ਤਰ੍ਹਾਂ ਉਹ ਕਮਾ ਲੂਗਾ? ਫਾਰਮੂਲਾ ਇਹ ਹੈ ਕਿ ਸਰ ਜੇ ਉਹ ਪੂਰੀ ਦਿਹਾੜੀ 'ਚ 8 ਘੰਟੇ ਵੀ ਮਸ਼ੀਨ ਚਲਾਉਂਦਾ ਹੈ, 8 ਘੰਟੇ ਲਾ ਲਓ, 10 ਘੰਟੇ, ਘੰਟੇ 'ਚ ਆਪਣੀ ਮਸ਼ੀਨ 2 ਕੁਇੰਟਲ ਮਾਲ ਕੱਢਦੀ ਹੈ, ਸੌਰੀ 2 ਕੁਇੰਟਲ ਮਾਲ ਕੱਢਦੀ ਹੈ ਘੰਟੇ 'ਚ। ਜੇ ਪੂਰਾ ਦਿਨ ਕੱਢੇਗਾ 2 ਟਨ ਮਾਲ ਹੋ ਗਿਆ, ਠੀਕ ਹੈ ਜੀ। ਉਹਦੀ ਕਾਸਟਿੰਗ ਪਏਗੀ, ਮਤਲਬ ਤੁਸੀਂ ਲਾ ਲਓ ਉਹਦੀ ਮੋਟੀ 5000 ਰੁਪਏ ਕਾਸਟਿੰਗ ਪਏਗੀ ਸਾਰਾ ਕਰਨ ਤੇ, 10,000 ਦਾ ਉਹ ਗੋਬਰ ਵੇਚ ਦੇਗਾ ਤੇ ਬਿਲਕੁਲ ਹਾਫ ਦਾ ਪ੍ਰੋਫਿਟ ਆਪਣਾ। ਨਹੀਂ ਲੱਖ ਰੁਪਏ ਦਾ ਆਪਣਾ, ਉਹ ਜਿਵੇਂ 10,000 ਰੁਪਏ ਦੀ ਕਾਸਟਿੰਗ ਆਈ, 5,000 ਦੀ ਕਾਸਟਿੰਗ ਆਈ, 10,000 ਚ ਉਹਨੇ ਵੇਚਤਾ, ਮਤਲਬ ਪੂਰਾ ਹਾਫ ਦਾ ਮਾਰਜਨ ਹੈ ਇਹਦੇ ਵਿੱਚ। 50% ਦਾ ਮਾਰਜਨ ਹੈ, ਈਜ਼ੀ ਟੂ ਕਹਦੇ ਆਸਾਨੀ ਦੇ ਨਾਲ ਅਸੀਂ ਲਗਾ ਸਕਦੇ ਹਾਂ ਔਰ ਗੋਬਰ ਵੀ ਆਸਾਨੀ ਨਾਲ ਮਿਲ ਜਾਂਦਾ। ਜ਼ਰੂਰਤ ਹੈ ਕਿ ਇਸ ਨੂੰ ਸਹੀ ਤਰੀਕੇ ਨਾਲ ਖਰੀਦਿਆ ਜਾਵੇ ਤੇ ਇਸ ਨੂੰ ਸਹੀ ਤਰੀਕੇ ਨਾਲ ਬਣਾਇਆ ਜਾਵੇ ਤੇ ਇਸ ਨੂੰ ਵੇਚਿਆ ਜਾਵੇ। ਇਸ ਤੋਂ ਇਲਾਵਾ ਅਸੀਂ ਸੁਣਿਆ ਕਿ ਤੁਸੀਂ ਜਿਹੜੀ ਹੈ ਪਾਣੀ ਗੋਬਰ ਚੋਂ ਘਟਾਉਣ ਦੀ, ਉਹਨੂੰ ਖਾਦ ਤਿਆਰ ਕਰਨ ਦੀ ਵੀ ਮਸ਼ੀਨ ਵਗੈਰਾ ਤਿਆਰ ਕੀਤੀ। ਅਸੀਂ ਬੋਲਦੇ ਹਾਂ ਜੀ ਡੀ ਵਾਟਰਿੰਗ ਮਸ਼ੀਨ। ਉਹ ਮਸ਼ੀਨ ਇੱਕ ਅਜੂਬਾ ਮਸ਼ੀਨ ਹੈ, ਅਸੀਂ ਇੰਡੀਆ 'ਚ ਅਸੀਂ ਬਣਾ ਰਹੇ ਹਾਂ ਇਹ ਮਸ਼ੀਨ। ਤੇ ਇਹ ਵੀ ਮੇਰਾ ਇੱਕ, ਜਦੋਂ ਮੇਰੀ ਇਹਦੀ ਬਹੁਤ ਵਧੀਆ ਮਾਰਕੀਟ ਬਣੀ ਤਾਂ ਮੈਨੂੰ ਲੋਕਾਂ ਦੀ ਰਿਕੁਆਇਰਮੈਂਟ ਆਈ ਸੀ, ਸਾਨੂੰ ਗੋਬਰ ਸੁਕਾਉਣ ਦੀ ਸਮੱਸਿਆ ਬਹੁਤ ਹੈ। ਉਹ ਕਹਿੰਦੇ ਸੀ ਕਿ ਅਸੀਂ ਗੋਬਰ ਦੀ ਖਾਦ ਵੀ ਬਣਾਉਣਾ ਚਾਹੁੰਦੇ ਹਾਂ ਤੇ ਗੋਬਰ ਨੂੰ ਸੁਕਾਉਣ ਦੀ ਸਮੱਸਿਆ ਵੀ ਹੈ ਕਿ ਇਹਦੇ 'ਚ ਵੀ ਅਸੀਂ 4-5 ਦਿਨ ਪੁਰਾਣਾ ਗੋਬਰ ਪਾਉਂਦੇ ਹਾਂ ਤਾਂ ਉਹ 4-5 ਦਾ ਜਿਹੜਾ ਟਾਈਮਿੰਗ ਹੈ ਨਾ, ਉਹ ਕਹਿੰਦੇ ਨੇ ਸਾਨੂੰ ਤੁਰੰਤ ਹੋਣਾ ਚਾਹੀਦਾ। ਤਾਂ ਮੈਂ ਇੱਕ ਸਟੀਲ ਦੀ ਮਸ਼ੀਨ ਬਣਾਈ ਹੈ ਜਿਹਨੂੰ ਬੋਲਦੇ ਹਾਂ ਕਾਉਡੰਗ ਡੀ ਵਾਟਰਿੰਗ ਮਸ਼ੀਨ। ਇਹ ਮੇਰੀ ਮਸ਼ੀਨ ਲੱਗਦੀ ਹੈ ਜ਼ਿਆਦਾ ਬੜੇ ਬਾਇਓਗੈਸ ਪਲਾਂਟਸ 'ਚ। ਜਿਹੜੀ ਬਾਇਓਗੈਸ ਪਲਾਂਟ 'ਚ ਗੈਸ ਕੱਢਣ ਤੋਂ ਬਾਅਦ ਜਿਹੜੀ ਸਲਰੀ ਬਚਦੀ ਹੈ ਵੇਸਟੇਜ, ਉਹਦਾ ਕੋਈ
ਉਹਦਾ ਕੋਈ ਮਤਲਬ ਸੀਗਾ ਨਹੀਂ ਕਿ ਮਤਲਬ ਉਹਦਾ ਕੀ ਕੀਤਾ ਜਾਵੇ, ਉਹ ਵੇਸਟ ਹੁੰਦੀ ਸੀ, ਜਾਂ ਤਾਂ ਉਹ ਖੇਤਾਂ 'ਚ ਪਾ ਦਿੰਦੇ ਸੀ ਜਾਂ ਫਿਰ ਉਹਦਾ। ਹੁਣ ਮੈਂ ਇਹਦੇ 'ਚ ਕੀ ਕੀਤਾ ਹੈ, ਹਾਂਜੀ ਹੁਣ ਮੈਂ ਇਹਦੇ 'ਚ ਕੀ ਕੀਤਾ ਹੈ, ਇਹਦੇ 'ਚ ਇਹ ਡੀ ਵਾਟਰਿੰਗ ਮਸ਼ੀਨ ਹੈ, ਇਹਦੇ 'ਚ ਅਸੀਂ ਗੋਬਰ ਦਾ ਸੋਲਿਡ ਲਿਕੁਇਡ ਸੈਪਰੇਟ ਕੀਤਾ। ਗੋਬਰ ਦਾ ਪਾਣੀ ਅੱਡ ਕਰ ਦਿੰਦੀ ਹੈ, ਚੂਰਾ ਅੱਡ ਕਰ ਦਿੰਦੀ ਹੈ। ਇਹ ਜਿਹੜਾ ਪਾਣੀ ਹੈ, ਪਾਣੀ ਦਾ ਨਰਸਰੀ ਵਗੈਰਾ 'ਚ ਵਿਕਦਾ ਹੈ, ਨਰਸਰੀ 'ਚ ਹੋ ਗਿਆ, ਆਰਗੈਨਿਕ ਖੇਤੀ ਕਰਨ ਵਾਲੇ ਜਿਹੜੇ ਹੁੰਦੇ ਨੇ ਉਹਨਾਂ 'ਚ ਵਿਕਦਾ। ਇਹਦੇ 'ਚ ਪਾਣੀ ਤੱਤਵ ਬਹੁਤ ਨੇ, ਜਿਵੇਂ ਆਪਾਂ ਅਨਾਰ ਦਾ ਜੂਸ ਪੀ ਲਿਆ, ਉਹੀ ਚੀਜ਼ ਹੈ ਗੋਬਰ ਦੇ ਜੂਸ 'ਚ। ਦੂਸਰੀ ਗੱਲ, ਜਿਹੜਾ ਇਹ ਜਿਹੜਾ ਮਟੀਰੀਅਲ ਨਿਕਲ ਰਿਹਾ, ਇਹਦੀ ਕਲਚਰ ਪਾ ਕੇ ਜਾਂ ਬੈਕਟੀਰੀਆ ਪਾ ਕੇ ਵਰਮੀ ਕੰਪੋਸਟ ਖਾਦ ਬਣਦੀ ਹੈ, ਜਿਹਨੂੰ ਕਿ ਆਪਾਂ ਮਤਲਬ ਅੱਜ ਕੱਲ੍ਹ ਆਪਣੇ ਬੜੇ ਅਹੁਦੇ ਤੇ ਚੱਲਦੀ ਹੈ ਵਰਮੀ ਕੰਪੋਸਟ ਖਾਦ, ਬਹੁਤ ਲੋਕੀ ਬਣਾਉਂਦੇ ਵੀ ਨੇ, ਪਰ ਉਹਨਾਂ ਦਾ ਟਾਈਮ ਡਿਫਰੈਂਸ ਬਹੁਤ ਹੈ। ਇੱਕ ਮਤਲਬ ਵਰਮੀ ਕੰਪੋਸਟ ਖਾਦ ਨੂੰ ਜੇ ਆਪਾਂ ਇਸ ਮਸ਼ੀਨ ਤੋਂ ਬਣਾਈਏ 25 ਤੋਂ 30 ਦਿਨ ਲੱਗਦੇ ਨੇ, ਆਪਣੀ 6 ਦਿਨ 'ਚ ਖਾਦ ਤਿਆਰ ਹੈ। ਮਤਲਬ ਸਿੱਧਾ ਹੀ ਇਹਦੇ 'ਚ ਗੋਬਰ ਪਾਇਆ ਜਾਏਗਾ ਤੇ ਇਹ ਮਸ਼ੀਨ ਚੱਲੂਗੀ, ਇਹ ਜਿਹੜਾ ਸੁੱਕਾ ਮਾਲ ਬਾਹਰ ਕੱਢ ਦੂਗੀ ਤੇ ਉਧਰਲੇ ਪਾਸੇ ਪਾਣੀ ਬਾਹਰ ਆ ਜਾਊਗਾ ਗੋਬਰ ਦਾ ਬਣਿਆ ਹੋਇਆ। ਚਲੋ ਇਸ ਨੂੰ ਵੀ ਇੱਕ ਵਾਰ ਚਲਾ ਕੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਦਿਖਾਓ ਤਾਂ ਜੋ ਲੋਕ ਸਮਝ ਸਕਣ ਵੀ ਕਿਸ ਤਰ੍ਹਾਂ ਇਸ ਨੂੰ ਬਣਾਇਆ ਜਾ ਰਿਹਾ। ਸੋ ਮੈਂ ਇੱਥੇ ਇੱਕ ਗੱਲ ਹੋਰ ਕਰਦਾ, ਜਿਸ ਤਰ੍ਹਾਂ ਕਿ ਤੁਸੀਂ ਲੱਕੜ ਦੀ ਗੱਲ ਕਰ ਰਹੇ ਹੋ, ਰੋਜ਼ਗਾਰ ਦੇ ਸਾਧਨ ਦੀ ਗੱਲ ਕਰ ਰਹੇ ਹੋ, ਪਰਿਆਵਰਨ ਨੂੰ ਬਚਾਉਣ ਦੀ ਗੱਲ ਕਰ ਰਹੇ ਹੋ, ਤੁਹਾਡੀ ਇੱਕ ਮਸ਼ੀਨ ਕਈ ਫਾਇਦੇ ਦੇ ਰਹੀ ਹੈ। ਇੱਕ ਪਾਸੇ ਰੋਜ਼ਗਾਰ ਦੇਊਗੀ, ਦੂਸਰੇ ਪਾਸੇ ਪਰਿਆਵਰਨ ਨੂੰ ਬਚਾ ਰਹੀ ਹੈ, ਤੀਸਰੇ ਪਾਸੇ ਜਿਹੜਾ ਹੈ ਕਿ ਜਿਹੜੀ ਵੇਸਟ ਹੈ, ਜਿਹਨੂੰ ਗੇਰਨ ਦੀ ਸਮੱਸਿਆ ਆ ਰਹੀ ਹੈ, ਉਸ ਨੂੰ ਜਿਹੜਾ ਕਿਤੇ ਨਾ ਕਿਤੇ ਉਹਦਾ ਸਮਾਧਾਨ ਨਿਕਲ ਆਊਗਾ। ਸੋ ਤੁਸੀਂ ਬੜਾ ਅੱਛਾ ਆਈਡੀਆ ਜਿਹੜਾ ਇਹ ਲਿੱਤਾ। ਸੋ ਕਿੰਨੀ ਇਨਵੈਸਟਮੈਂਟ ਦੇ ਵਿੱਚ ਲੋਕ ਇਸ ਨੂੰ ਆਪਣੇ ਮਤਲਬ ਕਿਤੇ ਵੀ ਲਗਾ ਸਕਦੇ ਆ, ਕਿੰਨੀ ਜਗ੍ਹਾ ਚਾਹੀਦੀ, ਕਿੰਨੀ ਇਨਵੈਸਟਮੈਂਟ ਚਾਹੀਦੀ ਹੈ? ਜਿਹੜੀ ਇਹ ਗੋਬਰ ਤੋਂ ਲੱਕੜੀ ਵਾਲੀ ਮਸ਼ੀਨ ਹੈ, ਇਹ ਆਪਣੀ 45,000 ਦੀ ਮਸ਼ੀਨ ਹੈ। ਇਹਦੇ ਉੱਪਰ 18% GST ਹੈ ਤੇ 53,100 ਰੁਪਏ ਦੀ ਪੈਂਦੀ ਹੈ। ਮਤਲਬ ਮੇਰੇ ਹਿਸਾਬ ਨਾਲ ਆਮ ਬੰਦਾ ਇਹਨੂੰ ਲਾ ਸਕਦਾ। 50,000 ਰੁਪਏ ਅੱਜ 53,000 ਰੁਪਏ ਕੋਈ ਬੜੀ ਆਈਟਮ ਨਹੀਂ ਅੱਜ ਦੇ ਟਾਈਮ 'ਚ, ਜੇ ਕਿਸੇ ਨੇ ਰੋਜ਼ਗਾਰ ਸ਼ੁਰੂ ਕਰਨਾ ਹੋਵੇ। ਤੇ ਆਪਾਂ ਕੰਮ ਸਾਰਾ ਕਰ ਰਹੇ ਹਾਂ ਵੇਸਟ ਮਟੀਰੀਅਲ ਨਾਲ, ਕਿਸੇ ਬੰਦੇ ਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀ, ਫ੍ਰੀ ਦਾ ਕੰਮ ਹੋ ਰਿਹਾ। ਤੇ ਫਿਰ ਇਹਦੀ ਮਾਰਕੀਟਿੰਗ ਕਿਸ ਤਰ੍ਹਾਂ ਹੋਏਗੀ? ਕਿਉਂਕਿ ਲੱਕੜ ਵਾਲੀ ਜਿਹੜੀ ਗੋਬਰ ਵਾਲੀ ਲੱਕੜ ਹੈ, ਆਮ ਲੋਕਾਂ ਦੇ ਮੈਨੂੰ ਲੱਗਦਾ ਜ਼ਿਹਨ ਦੇ ਵਿੱਚ ਛੇਤੀ ਛੇਤੀ ਨਹੀਂ ਆਏਗੀ, ਤੇ ਇਹਦੀ ਮਾਰਕੀਟਿੰਗ ਕਿਸ ਤਰ੍ਹਾਂ ਹੋਏਗੀ? ਇਹਦੀ ਮਾਰਕੀਟਿੰਗ ਸਰ ਜ਼ਿਆਦਾਤਰ ਲੋਕ ਇਹਨੂੰ ਕਰਦੇ, ਜਿਵੇਂ ਆਮ ਗਊਸ਼ਾਲਾ ਆਦਮੀ ਹੈ, ਗਊਸ਼ਾਲਾ ਵਾਲੇ ਇਹਨੂੰ ਟਾਰਗੇਟ ਕਰਦਾ ਸਿੱਧਾ ਸ਼ਮਸ਼ਾਨ ਘਾਟ 'ਚ। ਸ਼ਮਸ਼ਾਨ ਘਾਟ ਦੇ ਉਹਨੂੰ ਟਾਰਗੇਟ ਕਰਦਾ, ਸ਼ਮਸ਼ਾਨ ਘਾਟ ਦੀ ਬਹੁਤ ਸਪਲਾਈ ਹੋ ਜਾਂਦੀ ਹੈ, ਉਹਦੀ ਡਿਮਾਂਡ ਪੂਰੀ ਨਹੀਂ ਹੁੰਦੀ। ਉਸ ਤੋਂ ਬਾਅਦ ਆਪਾਂ ਹੋਟਲ ਦੇ ਤੰਦੂਰਾਂ 'ਚ ਕਰ ਸਕਦੇ ਹਾਂ, ਇੰਡਸਟਰੀਅਲ ਬੋਇਲਰਸ 'ਚ ਕਰ ਸਕਦੇ ਹਾਂ, ਜਿੱਥੇ ਵੀ ਜਲਾਉਣ ਦਾ ਕੰਮ ਹੋਵੇ, ਹਰ ਇੱਕ ਬੰਦਾ ਇਸ ਦੀ ਡਿਮਾਂਡ ਮੰਗਦਾ। ਸੋ ਇਸ ਬਾਰੇ ਗੱਲ ਕਰਾਂਗੇ, ਪਰ ਮੈਂ ਤੁਹਾਨੂੰ ਦਿਖਾ ਦਾਂ ਕਿ ਇਹ ਜਿਹੜੀ ਮਸ਼ੀਨ ਕਹਿ ਰਹੇ ਸੀ ਕਿ ਜਿਸ ਤੋਂ ਗੋਬਰ ਦੀ ਖਾਦ ਵੀ ਬਣ ਜਾਂਦੀ ਹੈ ਔਰ ਗੋਬਰ ਨੂੰ ਨਿਚੋੜ ਦਿੱਤਾ ਜਾਂਦਾ, ਇੱਕ ਤਰ੍ਹਾਂ ਦਾ ਜੂਸ ਕੱਢ ਦਿੱਤਾ ਜਾਂਦਾ। ਸੋ ਇਸ ਕੈਬਨ ਦੇ ਵਿੱਚ ਗੋਬਰ ਪਾਇਆ ਜਾਂਦਾ ਔਰ ਉਸ ਨੂੰ ਜਦੋਂ ਮਸ਼ੀਨ ਚੱਲ ਰਹੀ ਹੈ, ਤੁਸੀਂ ਦੇਖ ਰਹੇ ਹੋ ਇੱਕ ਪਲੇਟ ਲੱਗੀ ਹੋਈ ਹੈ। ਸੋ ਇੱਕ ਪਾਸੇ ਉਹ ਜਿਹੜਾ ਹੈ ਸੁੱਕਾ ਪਾਊਡਰ ਚਲਾ ਗਿਆ ਔਰ ਦੂਸਰੇ ਪਾਸੇ ਪਾਣੀ ਆ ਗਿਆ। ਸੋ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਇਹਨੂੰ ਦਿਖਾਣ ਕਿ ਉਹ ਕਿਸ ਤਰ੍ਹਾਂ ਉਹਦਾ ਪਾਣੀ ਨਿਕਲ ਰਿਹਾ। ਸੋ ਇਹ ਫਿਰ ਕਿਸ ਤਰ੍ਹਾਂ ਇਸਤੇਮਾਲ ਹੋਣਗੇ ਦੋਨੋਂ ਚੀਜ਼ਾਂ? ਇਹ ਦੇਖੋ ਅਸੀਂ ਹੁਣ ਇਸ ਟਾਈਮ ਇਹਦੇ 'ਚ ਬਿਲਕੁਲ ਲਿਕੁਇਡ ਗੋਬਰ ਪਾ ਰਹੇ ਹਾਂ। ਦੇਖੋ ਇੱਕ ਵਾਰ ਜਿਹੜਾ ਹੈ ਲਿਕੁਇਡ ਗੋਬਰ ਜਿਹੜਾ ਪਾਇਆ ਜਾ ਇਸ ਟਾਈਮ ਬਿਲਕੁਲ ਲਿਕੁਇਡ ਗੋਬਰ ਪਾ ਰਹੇ ਹਾਂ। ਇਸ ਟਾਈਮ ਇਹਦੇ 'ਚ ਇਹ ਮਤਲਬ ਮੈਂ ਤੁਹਾਨੂੰ ਬਿਲਕੁਲ ਲਿਕੁਇਡ ਇਸ ਲਈ ਕਰ ਰਿਹਾ ਕਿਉਂਕਿ ਬਾਇਓਗੈਸ ਦੀ ਸਲਰੀ ਐਵੇਂ ਦੀ ਹੁੰਦੀ ਹੈ, ਬਿਲਕੁਲ ਸੇਮ ਟੂ ਸੇਮ। ਮਤਲਬ ਮੈਂ ਤੁਹਾਨੂੰ ਇਹ ਚੀਜ਼ ਦਿਖਾਉਣਾ ਚਾਹੁੰਦਾ, ਤੁਹਾਡਾ ਗੋਬਰ ਕਿੰਨਾ ਵੀ ਗਿੱਲਾ ਹੋਵੇ, ਸਾਡਾ ਮਟੀਰੀਅਲ ਸੁੱਕਾ ਨਿਕਲ ਜਾਏਗਾ ਉਸੇ ਟਾਈਮ। ਸਿਰਫ ਇਸ ਮਟੀਰੀਅਲ 'ਚ 15% ਮੋਇਸਚਰ ਹੋਏਗਾ ਜੋ ਕਿ ਇਹਨੂੰ ਖਾਦ ਬਣਾਉਣ ਦੇ ਕੰਮ ਆਏਗਾ। ਸੋ ਮਤਲਬ ਚਾਹੇ ਪਾਣੀ ਵਰਗਾ ਗਿੱਲਾ ਗੋਬਰ ਤੁਸੀਂ ਇਸ ਮਸ਼ੀਨ ਦੇ ਵਿੱਚ ਪਾਓਗੇ ਔਰ ਇਸ ਮਸ਼ੀਨ ਦੇ ਵਿੱਚੋਂ ਤੁਸੀਂ ਦੇਖੋ ਪਾਣੀ ਔਰ ਸੁੱਕਾ ਮਟੀਰੀਅਲ ਦੋਨੋਂ ਇਕੱਠੇ ਨਿਕਲਣੇ ਸ਼ੁਰੂ ਹੋ ਗਏ, ਜੋ ਕਿ ਤੁਹਾਡੇ ਕੁਝ ਟਾਈਮ ਦੇ ਵਿੱਚ ਹੀ ਖਾਦ ਦਾ ਕੰਮ ਜਿਹੜਾ ਹੈ ਕਰ ਸਕਦੀ ਹੈ ਔਰ ਇਹ ਬੜੀ ਵਧੀਆ ਖਾਦ ਬਣੂਗੀ। ਉੱਥੇ ਹੀ ਉਹ ਜਿਹੜਾ ਪਾਣੀ ਹੈ, ਉਹ ਇਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇਨਸਾਨ ਦੀ ਬਾਡੀ ਲਈ ਅਨਾਰ ਦਾ ਜੂਸ ਫਾਇਦੇਮੰਦ ਹੁੰਦਾ, ਉਸ ਤਰ੍ਹਾਂ ਫਸਲਾਂ ਦੇ ਲਈ, ਨਰਸਰੀਆਂ ਦੇ ਪੌਦਿਆਂ ਲਈ ਇਹ ਜਿਹੜਾ ਪਾਣੀ ਹੈ ਉਹ ਉਨਾ ਹੀ ਲਾਹੇਵੰਦ ਹੋਏਗਾ। ਸੋ ਬੜੀ ਜ਼ਬਰਦਸਤ ਜਿਹੜੀ ਹੈ ਇਨਵੈਂਸ਼ਨ ਹੈ ਸਨੀ ਇੰਜੀਨੀਅਰਿੰਗ ਵਰਕਸ਼ਾਪ ਵੱਲੋਂ ਕੀਤੀ ਗਈ, ਜੋ ਪਟਿਆਲਾ ਦੇ ਫੋਕਲ ਪੁਆਇੰਟ ਦੇ ਵਿੱਚ ਹੈ। ਸਨੀ ਜੀ ਮਤਲਬ ਕਿੰਨੇ ਸਾਲ ਹੋ ਗਏ ਆ ਤੇ ਕਿੰਨੇ ਕੁ ਲੋਕ ਹਜੇ ਤੱਕ ਤੁਹਾਡੇ ਤੋਂ ਇਹ ਮਸ਼ੀਨਾਂ ਲੈ ਜਾ ਚੁੱਕੇ ਆ? ਸਰ ਮੇਰੀ ਮਸ਼ੀਨਾਂ ਹਜੇ ਤੱਕ 7000 ਮਸ਼ੀਨ ਚੱਲ ਰਹੀ ਹੈ ਆਲ ਓਵਰ ਇੰਡੀਆ ਗਊਸ਼ਾਲਾ 'ਚ ਹਜੇ ਤੱਕ, ਜਿਹਦੇ 'ਚ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਰਿਸਪੌਂਸ ਵਧੀਆ ਹੈ, ਹਰ ਇੱਕ ਬੰਦੇ ਨੂੰ ਹਜੇ ਤੱਕ ਫਾਇਦਾ ਹੀ ਮਿਲਿਆ। ਬਟ ਆਪਣੇ ਪੰਜਾਬ ਦੇ ਲੋਕਾਂ 'ਚ ਇਹ ਜਾਗਰੂਕਤਾ ਹਜੇ ਬਹੁਤ ਘੱਟ ਹੈ। ਆਪਣੇ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਗੋਬਰ ਦੀ ਖਾਦ ਦਾ ਕੀ ਕਰਾਂਗੇ, ਇਹਦਾ ਇਸ ਮਸ਼ੀਨ ਤੋਂ ਲੈ ਕੇ ਉਹਨਾਂ ਨੂੰ ਕੀ ਫਾਇਦਾ, ਉਹਨਾਂ ਨੂੰ ਪਤਾ ਹੀ ਨਹੀਂ ਅਜੇ। ਸਾਡੀ ਇਹ ਜ਼ਿਆਦਾ ਮਸ਼ੀਨ ਜਾਂਦੀ ਹੈ ਸਾਊਥ ਵਗੈਰਾ 'ਚ ਜਾਂ ਗੁਜਰਾਤ 'ਚ, ਕੇਰਲਾ ਵਗੈਰਾ ਹੋ ਗਿਆ, ਉਹ ਲੋਕ ਆਪਣੇ ਤੋਂ ਖੇਤੀ ਮਾਮਲੇ 'ਚ ਆਪਣੇ ਤੋਂ ਬਹੁਤ ਅੱਗੇ ਨੇ। ਉਹਨਾਂ ਲੋਕਾਂ ਨੂੰ ਇਸ ਚੀਜ਼ ਬਾਰੇ ਜ਼ਿਆਦਾ ਨੌਲੇਜ ਹੈ ਕਿ ਅਸੀਂ ਇਸ ਮਸ਼ੀਨ ਦਾ ਮਤਲਬ ਕਰਕੇ ਸੋਲਿਡ ਲਿਕੁਇਡ ਸੈਪਰੇਟ ਕਰਕੇ ਕੀ ਚੀਜ਼ ਬਣਾ ਸਕਦੇ ਹਾਂ। ਅੱਜ ਕੱਲ੍ਹ ਗੋਬਰ ਤੋਂ ਧੂਪ ਬੱਤੀ ਵੀ ਬਣਦੀ ਹੈ, ਗੋਬਰ ਤੋਂ ਗਮਲੇ ਵੀ ਬਣਦੇ ਹੈ, ਗੋਬਰ ਤੋਂ ਖਾਦ ਵੀ ਬਣਦੀ ਹੈ ਤੇ ਗੋਬਰ ਤੋਂ ਦੀਏ ਵੀ ਬਣਦੇ ਆ ਦੀਵਾਲੀ ਦੇ ਜਲਾਉਣ ਵਾਸਤੇ, ਤੇ ਇਹ ਸਾਰੇ ਡੀ ਵਾਟਰਿੰਗ ਹੋਣ ਤੋਂ ਬਾਅਦ ਹੀ ਬਣਦੇ ਨੇ।
ਸੋ ਮਤਲਬ ਕਿ ਪੰਜਾਬ ਜਿਹੜਾ ਹੈ ਖੇਤੀ ਸੂਬਾ, ਖੇਤੀ ਪ੍ਰਧਾਨ ਸੂਬਾ ਹੈ ਔਰ ਖੇਤੀ ਦੇ ਵਿੱਚ ਵੱਧ ਤੋਂ ਵੱਧ ਜਿਹੜੀਆਂ ਇਹਨਾਂ ਚੀਜ਼ਾਂ ਦੀ ਜ਼ਰੂਰਤਾਂ ਪੈਂਦੀਆਂ। ਸੋ ਕਿਸਾਨ ਭਰਾਵਾਂ ਨੂੰ ਵੀ ਚਾਹੀਦਾ ਕਿ ਇਹ ਜਦੋਂ ਤੁਸੀਂ ਇੰਟਰਵਿਊ ਦੇਖੋਗੇ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਔਰ ਜਾਣਕਾਰੀ ਵੀ ਹਾਸਲ ਕਰ ਸਕਦੇ ਹੋ। ਪਰ ਉੱਥੇ ਹੀ ਤੁਹਾਨੂੰ ਇਹ ਵੀ ਨਾਲ ਹੈ ਕਿ ਇਹ ਕਹਿੰਦੇ ਕਿ ਸਾਡੀ ਕੇਰਲ, ਚੇਨਈ, ਸਾਊਥ ਦੇ ਵਿੱਚ ਜ਼ਿਆਦਾ ਮਸ਼ੀਨਾਂ ਜਾ ਰਹੀਆਂ, ਛੱਤੀਸਗੜ੍ਹ ਦੀ ਸਰਕਾਰ ਨਾਲ ਟੈਂਡਰ ਹੋ ਰਹੇ ਆ, ਪਰ ਪੰਜਾਬ ਦੇ ਵਿੱਚ ਹਜੇ ਲੋਕਾਂ ਨੂੰ ਇਸ ਗੱਲ ਬਾਰੇ ਨਹੀਂ ਪਤਾ। ਸੋ ਮੈਂ ਆਪਣੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਤੇ ਜੋ ਲੋਕ ਰੋਜ਼ਗਾਰ ਲੱਭ ਰਹੇ ਆ ਘੱਟ ਕੀਮਤ ਦੇ ਵਿੱਚ, ਜਿਸ ਤਰ੍ਹਾਂ ਕਿ ਇਹਨਾਂ ਨੇ ਦੱਸਿਆ ਕਿ 50-55 ਹਜ਼ਾਰ ਦੇ ਵਿੱਚ ਰੋਜ਼ਗਾਰ ਲਗਾ ਕੇ ਤੁਸੀਂ ਲੱਖ ਰੁਪਏ ਮਹੀਨੇ ਤੱਕ ਕਮਾ ਸਕਦੇ ਹੋ, ਇਹ ਬੜੀ ਵੱਡੀ ਗੱਲ ਹੈ ਔਰ ਫਿਰ ਬਿਲਕੁਲ ਵੇਸਟ ਤੋਂ ਤੁਸੀਂ ਪੈਸੇ ਕਮਾਣੇ ਆ। ਸੋ ਇਹ ਬੜਾ ਆਸਾਨ ਤਰੀਕਾ ਹੈ, ਕੋਈ ਬਹੁਤ ਵੱਡਾ ਕੰਮ ਨਹੀਂ ਹੈ, 2-3 ਲੋਕਾਂ ਦੀ ਜਿਹੜੀ ਹੈ ਜ਼ਰੂਰਤ ਪੈਂਦੀ ਹੈ। ਸੋ ਇਸ ਤਰ੍ਹਾਂ ਦੀ ਓਪਰਚੁਨਿਟੀ ਜੇਕਰ ਸਾਡੇ ਪੰਜਾਬ ਦੇ ਵਿੱਚ ਮਿਲਦੀ ਹੈ ਤੇ ਬਹੁਤ ਹੀ ਵਧੀਆ ਗੱਲ ਹੈ। ਹੁਣ ਲਾਸਟ ਦੇ ਵਿੱਚ ਮੈਂ ਸਨੀ ਜੀ ਨੂੰ ਪੁੱਛਾਂਗਾ ਕਿ ਤੁਸੀਂ ਸਾਡੇ ਨੌਜਵਾਨ ਵਰਗ ਨੂੰ ਕੀ ਕਹਿਣਾ ਚਾਹੋਗੇ ਜੇਕਰ ਉਹ ਇਸ ਤਰ੍ਹਾਂ ਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ। ਮੈਂ ਆਪਣੇ ਨੌਜਵਾਨ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਲੋਕਾਂ ਕੋਲ ਆਪਣੇ ਪਸ਼ੂ ਰੱਖੇ ਹੋਏ ਨੇ ਜਾਂ ਫਿਰ ਜਿਹੜੇ ਲੋਕਾਂ ਕੋਲ ਡਾਇਰੀ ਫਾਰਮਸ ਵਧੀਆ ਕੰਮ ਚੱਲ ਰਿਹਾ ਉਹਨਾਂ ਦਾ, ਜਿਨ੍ਹਾਂ ਕੋਲ ਮਤਲਬ ਗੋਬਰ ਦੀ ਕਮੀ ਨਹੀਂ ਹੈ, ਉਹਨਾਂ ਵਾਸਤੇ ਬਹੁਤ ਸੁਨਹਿਰੀ ਮੌਕਾ ਹੈ ਕਿ ਉਹ ਆਪਣੇ ਪਰਿਆਵਰਨ ਨੂੰ ਬਚਾ ਸਕਣ ਅਤੇ ਆਪਣਾ ਇੱਕ ਕਮਾਈ ਦਾ ਸੌਦਾ ਕਰ ਸਕਣ ਤੇ ਆਪਣਾ ਗੋਬਰ ਜਿਹੜੀ ਸਭ ਤੋਂ ਬੜੀ ਵੇਸਟੇਜ ਮੰਨੀ ਜਾਂਦੀ ਹੈ, ਲੋਕੀ ਸੁੱਟਦੇ ਨੇ ਇਹਨੂੰ ਇੱਕ ਯੂਜ਼ਫੁਲ ਚੀਜ਼ 'ਚ ਯੂਜ਼ ਕਰਨ ਤੇ ਆਪਣਾ ਇੱਕ ਅੱਛਾ ਕੰਮ ਕਰ ਸਕਣ ਕਿ ਆਪਣੇ ਪਰਿਆਵਰਨ ਵਾਸਤੇ ਵੀ ਆਪਣੇ ਸਰਕਾਰਾਂ ਵਾਸਤੇ ਵੀ ਇੱਕ ਬਹੁਤ ਵਧੀਆ ਕੰਮ ਹੋ ਸਕੇ ਇਸ ਚੀਜ਼ ਨੂੰ ਲੈ ਕੇ। ਬਹੁਤ ਬਹੁਤ ਸ਼ੁਕਰੀਆ ਸਨੀ ਜੀ। ਸੋ ਮੈਂ ਤੁਹਾਨੂੰ ਦੱਸਦਾ ਕਿ ਇਹ ਮਸ਼ੀਨਾਂ ਦੀ ਤਿਆਰੀ ਜਿਹੜੀ ਹੈ ਪਟਿਆਲਾ ਦੇ ਫੋਕਲ ਪੁਆਇੰਟ ਦੇ ਵਿੱਚ ਕੀਤੀ ਜਾ ਰਹੀ ਹੈ। ਸਨੀ ਇੰਜੀਨੀਅਰਿੰਗ ਵਰਕਸ਼ਾਪ ਵੱਲੋਂ ਇਹ ਮਸ਼ੀਨਾਂ ਬਣਾਈਆਂ ਜਾਂਦੀਆਂ ਔਰ ਸਨੀ ਜੀ ਜੋ ਕਿ ਖੁਦ ਨੌਜਵਾਨ ਹੈ ਉਹਨਾਂ ਵੱਲੋਂ ਇਹ ਕਾਢ ਕੀਤੀ ਗਈ ਹੈ। ਸੋ ਇਸ ਕਾਢ ਦਾ ਸਾਨੂੰ ਲਾਹਾ ਲੈਣਾ ਚਾਹੀਦਾ ਕਿਉਂਕਿ ਇਹਨਾਂ ਨੇ ਸਿੱਧੇ ਤੌਰ ਤੇ ਦੱਸਿਆ ਕਿ ਜਿਹੜਾ ਗੋਹਾ ਹੈ ਉਹ ਵੈਸੇ ਤਾਂ ਵੇਸਟ ਦੇ ਵਿੱਚ ਮਿਲ ਜਾਂਦਾ, ਪਰ ਜੇਕਰ ਫਿਰ ਵੀ ਕੋਈ ਖਰੀਦਣਾ ਚਾਹੁੰਦਾ ਤੇ 1 ਰੁਪਏ ਜਾਂ 2 ਰੁਪਏ ਕਿਲੋ ਮਿਲ ਜਾਂਦਾ ਤੇ ਜੇਕਰ ਕੋਈ ਇਹ ਮਸ਼ੀਨ 53,000 55,000 ਦੀ ਜਾਂ ਪੈਂਦੀ ਹੈ ਉਸ ਨੂੰ ਲਗਾ ਲੈਂਦਾ ਤੇ ਉਹ 2-3 ਬੰਦਿਆਂ ਨੂੰ ਰੋਜ਼ਗਾਰ ਵੀ ਦੇ ਸਕਦਾ ਔਰ ਇੱਕ ਦਿਨ ਦੇ ਵਿੱਚ 10 ਘੰਟੇ ਦੇ ਵਿੱਚ ਇਹ 20 ਕੁਇੰਟਲ ਮਾਲ ਜਿਹੜਾ ਹੈ ਬਣਾ ਦੂਗੀ ਕਿਉਂਕਿ 1 ਘੰਟੇ ਦੇ ਵਿੱਚ ਇਹ 2 ਕੁਇੰਟਲ ਮਾਲ ਬਣਾ ਦਿੰਦੀ ਹੈ। 20 ਕੁਇੰਟਲ ਮਾਲ ਨੂੰ ਵੇਚ ਕੇ 10,000 ਰੁਪਇਆ ਜਿਹੜਾ ਹੈ ਮਿਲਦਾ ਹੈ ਕਿਉਂਕਿ 5 ਰੁਪਏ ਕਿਲੋ ਗੋਹੇ ਦੀ ਲੱਕੜ ਜਿਹੜੀ ਹੈ ਆਮ ਵਿਕਰੀ ਹੈ ਔਰ ਡਿਮਾਂਡ ਇਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਥਾਵਾਂ ਤੇ ਚਾਹੇ ਉਹ ਕਿਸੇ ਦੇ ਸੰਸਕਾਰ ਦੇ ਲਈ ਸ਼ਮਸ਼ਾਨ ਘਾਟ ਦੇ ਵਿੱਚ ਹੋਵੇ, ਚਾਹੇ ਹੋਟਲਾਂ ਦੇ ਵਿੱਚ ਤੰਦੂਰਾਂ ਦੇ ਲਈ ਹੋਵੇ, ਚਾਹੇ ਜਿਹੜੀਆਂ ਇੰਡਸਟਰੀਆਂ ਨੇ ਉਹਨਾਂ ਦੀਆਂ ਚਿਮਨੀਆਂ ਚਲਾਉਣ ਨੂੰ ਜਾਂ ਪੱਠੇ ਚਲਾਉਣ ਨੂੰ ਉਸ ਦੇ ਲਈ ਵੀ ਕੋਲੇ ਦੀ ਲੱਕੜ ਦੀ ਲੋੜ ਪੈਂਦੀ ਹੈ, ਉੱਥੇ ਵੀ ਇਸ ਦੀ ਡਿਮਾਂਡ ਹੈਗੀ ਹੈ। ਇਸ ਦੇ ਨਾਲ ਹੋਰ ਬੜੀਆਂ ਥਾਵਾਂ ਹੋਣਗੀਆਂ ਜਿੱਥੇ ਲੱਕੜ ਦੀ ਜ਼ਰੂਰਤ ਹੈ ਔਰ ਇਹ ਲੱਕੜ ਦੂਸਰੀ ਲੱਕੜ ਨਾਲੋਂ ਸਸਤੀ ਔਰ ਵਧੀਆ ਚੱਲੂਗੀ ਔਰ ਗੋਹੇ ਨਾਲੋਂ ਥੋੜਾ ਜਿਹਾ ਵੱਧ ਫਰਕ ਪੈਂਦਾ। ਉਸ ਦੇ ਤਰੀਕੇ ਦੇ ਨਾਲ ਤੁਸੀਂ 10 ਜਿਹੜੇ ਕੁਇੰਟਲ ਮਾਲ ਬਣਾ ਕੇ 5,000 ਰੁਪਏ ਦਾ ਮਟੀਰੀਅਲ ਲੱਗਿਆ ਤੇ 5,000 ਰੁਪਏ ਪ੍ਰਤੀ ਦਿਨ ਦੀ ਤੁਸੀਂ ਇਨਕਮ ਕਰ ਸਕਦੇ ਹੋ। ਜੇਕਰ ਮਹੀਨੇ ਦੇ ਵਿੱਚ 30 ਦਿਨ ਹੈ ਤਾਂ ਤੁਸੀਂ 1.5 ਲੱਖ ਰੁਪਇਆ ਮਹੀਨਾ ਕਮਾ ਸਕਦੇ ਹੋ ਸਿਰਫ ਔਰ ਸਿਰਫ 53-55 ਹਜ਼ਾਰ ਰੁਪਏ ਲਾ ਕੇ। ਵੱਧ ਤੋਂ ਵੱਧ ਤੁਸੀਂ ਜ਼ੋਰ ਲਾ ਲਓ 10,000 ਉੱਪਰ ਲੱਗ ਜਾਊਗਾ। 50-60 ਹਜ਼ਾਰ ਰੁਪਏ ਲਾ ਕੇ 1.5 ਲੱਖ ਰੁਪਇਆ ਮਹੀਨੇ ਦੀ ਤੁਸੀਂ ਇਨਕਮ ਕਰ ਸਕਦੇ ਹੋ। ਸੋ ਬਹੁਤ ਹੀ ਵਧੀਆ ਚੀਜ਼ ਹੈ ਔਰ ਸਾਡੀ ਇਹ ਰਿਪੋਰਟ ਮੈਂ ਤੁਹਾਨੂੰ ਦੱਸਦਾ ਕਿ ਬਹੁਤ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਵੀ ਲਈ ਕਾਬਿਲ ਸਾਬਿਤ ਹੋਏਗੀ ਕਿਉਂਕਿ ਵੱਡੀਆਂ ਵੱਡੀਆਂ ਦੁਕਾਨਾਂ, ਵੱਡੇ ਵੱਡੇ ਸ਼ੋਰੂਮ ਕਰਦੇ ਆ, ਉੱਥੇ ਵੀ ਕਈ ਵਾਰ ਲੱਖਾਂ ਦੀ ਇਨਕਮ ਹੋ ਜਾਂਦੀ ਹੈ ਔਰ ਕਮਾਈ ਇੰਨੀ ਨਹੀਂ ਹੁੰਦੀ ਜਿੰਨੀ ਇਨਵੈਸਟਮੈਂਟ ਹੋ ਜਾਂਦੀ ਹੈ। ਲੱਖਾਂ ਦੀ ਇਨਵੈਸਟਮੈਂਟ ਕਰਕੇ ਹਜ਼ਾਰਾਂ ਦੇ ਵਿੱਚ ਕਮਾਈ ਹੁੰਦੀ ਹੈ, ਇੱਥੇ ਹਜ਼ਾਰਾਂ ਦੀ ਇਨਵੈਸਟਮੈਂਟ ਕਰਕੇ ਲੱਖਾਂ ਦੀ ਕਮਾਈ ਦੀ ਗੱਲ ਕੀਤੀ ਜਾ ਰਹੀ ਹੈ ਔਰ ਸਿੱਧੇ ਤੌਰ ਤੇ ਦੱਸਿਆ ਜਾ ਰਿਹਾ, ਕੋਈ ਓਹਲਾ ਪਰਦਾ ਨਹੀਂ ਰੱਖਿਆ ਜਾ ਰਿਹਾ। ਸੋ ਜ਼ਰੂਰਤ ਹੈ ਸਾਨੂੰ ਮਿਹਨਤ ਕਰਨ ਦੀ, ਜਾਗਰੂਕ ਹੋਣ ਦੀ ਔਰ ਇਹਨਾਂ ਨੂੰ ਮਿਲ ਕੇ ਇਸ ਤਰ੍ਹਾਂ ਦੀ ਮਸ਼ੀਨਾਂ ਲਗਾਓ ਤਾਂ ਜੋ ਤੁਸੀਂ ਆਪਣਾ ਰੋਜ਼ਗਾਰ ਵੀ ਕਾਇਮ ਕਰ ਸਕੋ, ਪਰਿਆਵਰਨ ਲਈ ਵੀ ਕੰਮ ਕਰ ਸਕੋ ਔਰ ਜਿਹੜਾ ਕੂੜਾ ਅੱਜ ਸਮੱਸਿਆ ਬਣਿਆ ਹੋਇਆ, ਗੋਹਾ ਅੱਜ ਸਮੱਸਿਆ ਬਣਿਆ ਹੋਇਆ, ਉਸ ਦਾ ਹੱਲ ਵੀ ਤੁਸੀਂ ਕੱਢ ਸਕਦੇ ਹੋ। ਸੋ ਸਰਕਾਰਾਂ ਨੂੰ ਵੀ ਇੱਧਰ ਧਿਆਨ ਦੇਣਾ ਚਾਹੀਦਾ ਵੀ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਨੇ, ਤਾਂ ਇਹ ਵੀ ਇੱਕ ਬੜਾ ਸੁਨਹਿਰੀ ਸਾਧਨ ਹੈ ਰੋਜ਼ਗਾਰ ਦਾ ਜੋ ਨੌਜਵਾਨਾਂ ਨੂੰ ਕੰਮ ਦੇ ਸਕੇਗਾ। ਕੈਮਰਾਮੈਨ ਲਵਿਸ਼ ਦੇ ਨਾਲ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਲਈ ਪਟਿਆਲਾ ਤੋਂ।